Friends, this is Rajpinder Singh from Guru Nanak Public Senior Secondary School रईया। ਬੱਚਿਓ ਆਪਾਂ +2 ਕਲਾਸ ਦੀ 12th ਕਲਾਸ ਦੀ ਜਨਰਲ ਇੰਗਲਿਸ਼ ਕਰ ਲੱਗੇ ਆ। ਬੁੱਕ ਦਾ ਨਾਮ ਹੈਗਾ ਆ ਰੇਨਬੋ ਆਫ ਇੰਗਲਿਸ਼। ਤੇ ਮੈਂ ਤੁਹਾਨੂੰ ਅੱਗੇ ਵੀ ਦੱਸ ਚੁੱਕਿਆ ਵੀ ਇਸ ਬੁੱਕ ਦੇ 3 ਪਾਰਟ ਨੇ। ਇੱਕ ਪਾਰਟ ਹੈਗਾ ਇੰਟੈਂਸਿਵ, ਪੋਇਟਰੀ ਸੈਕਸ਼ਨ ਤੇ ਐਕਸਟੈਂਸਿਵ ਸਟੱਡੀ। ਪੋਇਟਰੀ ਸੈਕਸ਼ਨ 'ਚ ਆਪਾਂ 3 ਪੋਇਮਸ ਕੀਤੀਆਂ ਵਾ, ਪ੍ਰੇਅਰ ਆਫ ਦਾ ਵੁੱਡਸ, ਇਕੋਇੰਗ ਗ੍ਰੀਨ ਤੇ ਵੰਸ ਅਪੋਨ ਅ ਟਾਈਮ। ਮੇ ਬੀ 1 2 8 ਨੇ ਟੋਟਲ, ਵੈਸੇ 3 ਤੇ ਚਲੋ ਹੋ ਗਈਆਂ ਫਿਲਹਾਲ। ਤੇ ਪੋਇਟਰੀ ਸੈਕਸ਼ਨ ਆਪਣਾ ਕੰਪਲੀਟ ਹੀ ਆ। ਇਹਨਾਂ ਦੋਨਾਂ ਵਿੱਚੋਂ ਆਪਾਂ ਚੈਪਟਰਸ ਖ਼ਤਮ ਕਰਨੇ ਨੇ। ਇੱਕ ਚੈਪਟਰ ਆਪਣਾ ਹੋ ਗਿਆ ਹਸਨ ਅਟੈਂਡੈਂਸ ਪ੍ਰੋਬਲਮ ਵੀ ਖ਼ਤਮ। ਆਪਾਂ ਇਸ ਤਰ੍ਹਾਂ ਕਰਨੇ ਵੀ ਸਮਝ ਵੀ ਆਈ ਜਾਵੇ ਤੁਹਾਨੂੰ, ਭਾਵੇਂ ਥੋੜ੍ਹੇ ਥੋੜ੍ਹੇ ਹੀ ਕਰੀਏ। ਹੁਣ ਇਹਨਾਂ ਵਿੱਚੋਂ ਇੱਕ ਤੁਹਾਨੂੰ ਸਮਝ ਆ ਸਕਦਾ ਥਿੰਕਿੰਗ ਆਊਟ ਆਫ ਦਾ ਬਾਕਸ ਫਿਲਹਾਲ, ਕਿਉਂਕਿ ਤੁਹਾਡੇ ਕੋਲ ਬੁੱਕਸ ਕਈਆਂ ਕੋ ਅਵੇਲੇਬਲ ਹਜੇ ਨਹੀਂ ਹੋਣਗੀਆਂ, ਤਾਂ ਕਰਕੇ ਮੈਂ ਉਹ ਚੈਪਟਰ ਚੁਣਦਾ ਪਿਆ ਵਾਂ ਜਿਹ 'ਚ ਕੋਈ ਕਹਾਣੀ ਇੰਟਰਸਟਿੰਗ ਜੀ ਹੋਵੇ, ਤੁਹਾਡੇ ਦਿਮਾਗ 'ਚ ਬੈਠੀ ਜਾਵੇ। ਚੈਪਟਰ ਨੰਬਰ 3 ਕਰਦੇ ਆਪਾਂ ਥਿੰਕਿੰਗ ਆਊਟ ਆਫ ਦਾ ਬਾਕਸ। ਹੁਣ ਇਹਦੇ ਵਿੱਚ ਇਹਦਾ ਕੋਈ ਨਾ ਰਾਈਟਰ ਨਹੀਂ ਹੈਗਾ। ਆ ਵੇਖੋ ਇਹਨਾਂ ਨੇ ਬ੍ਰੈਕਟ ਵਿੱਚ ਲਿਖਿਆ ਵਾ ਵੀ ਇਹ ਇੰਟਰਨੈਟ ਤੋਂ ਹੀ ਅਡੈਪਟ ਕੀਤੀ ਗਈ ਆ, ਵੀ ਇੰਟਰਨੈਟ ਤੋਂ ਹੀ ਚੁੱਕੀ ਗਈ ਆ, ਵੀ ਪਤਾ ਨਹੀਂ ਕਿਹਦੇ ਦੁਆਰਾ ਲਿਖੀ ਗਈ ਆ। ਆ ਜੋ ਵੀ ਸਮਝਾਇਆ ਗਿਆ ਇਸ ਲੇਖ ਦੇ ਵਿੱਚ, ਲੈਸਨ ਦੇ ਵਿੱਚ ਦੇਖਿਓ। ਇੰਟੈਂਸਿਵ ਸਟੱਡੀ ਦਾ 3rd ਨੰਬਰ ਵਾਲਾ ਇਹ ਚੈਪਟਰ ਜੀ, ਥਿੰਕਿੰਗ ਆਊਟ ਆਫ ਦਾ ਬਾਕਸ। ਵੀ ਕੁਝ ਹਟ ਕੇ ਸੋਚਣਾ। ਵੀ ਆਪਾਂ ਇੱਕ ਤਾਂ ਹੁੰਦਾ ਨਾ ਲੀਨੀਅਰ ਥਿੰਕਿੰਗ, ਵੀ ਜਿੱਦਾਂ ਬਾਕੀ ਕਰਦੇ ਉੱਦਾਂ ਹੀ ਕਰੀ ਜਾਣਾ, ਵੀ ਜਿੱਦਾਂ ਬਾਕੀ। ਇਹਦੇ ਵਿੱਚ ਇੱਕ ਕਹਾਣੀ ਆ, ਇੱਕ ਕਹਾਣੀ ਇੱਕ ਲੜਕੀ ਦੀ ਆ ਵੀ ਸ਼ਾਹੂਕਾਰ ਦਾ ਜ਼ੁਲਮ ਨਹੀਂ ਸਹਿੰਦੀ, ਸਗੋਂ ਵੱਖਰਾ ਸੋਚ ਕੇ ਜੋ ਵੀ ਉਹਨੇ ਰਣਨੀਤੀ ਜੀ ਘਟੀ ਹੁੰਦੀ ਉਹਦੇ 'ਚੋਂ ਬਾਹਰ ਆ ਜਾਂਦੀ ਆ। ਵੀ ਕੁਝ ਵੱਖਰਾ ਸੋਚਣਾ, ਬਾਕੀਆਂ ਦੀ ਤਰ੍ਹਾਂ ਨਾ ਸੋਚਣਾ। ਇਹਨੂੰ ਕਹੀਦਾ ਲੌਜੀਕਲ ਥਿੰਕਿੰਗ ਜਾਂ ਲੇਟਰਲ ਥਿੰਕਿੰਗ। ਥਿੰਕਿੰਗ ਆਊਟ ਆਫ ਦਾ ਬਾਕਸ, ਲੇਟਰਲ ਥਿੰਕਿੰਗ। ਇਹਦੇ 'ਚ 3 ਕਹਾਣੀਆਂ ਜੇ, ਤੁਹਾਨੂੰ ਮੈਂ ਪਹਿਲੋਂ ਥੋੜ੍ਹਾ ਦੱਸਦਾ। ਪਹਿਲੀ ਕਹਾਣੀ ਆ ਇੱਕ ਫਾਰਮਰ ਦੀ ਅਤੇ ਉਹਦੀ ਬੇਟੀ ਦੀ ਅਤੇ ਇੱਕ ਸ਼ਾਹੂਕਾਰ। 3 ਕਰੈਕਟਰ ਨੇ, ਫਾਰਮਰ, ਡਾਟਰ ਅਤੇ ਮਨੀ ਲੈਂਡਰ। 3 ਕਰੈਕਟਰ। ਅਗਲੀ ਕਹਾਣੀ ਆਉਣੀ ਆ ਇੱਕ ਬਿਜ਼ਨਸਮੈਨ ਦੀ, ਕਾਫੀ ਰਿਚ ਹੁੰਦਾ, ਮਿਲੇਨੀਅਰ ਟਾਈਪ। ਅਤੇ ਉਹ ਤੋਂ ਨੈਕਸਟ ਦੇਖ ਲਾਂਗੇ ਮੇ ਬੀ ਕੋਈ ਕ੍ਰਿਕਟ ਨਾਲ ਰਿਲੇਟਡ ਆ। 3 ਸਟੋਰੀਜ਼ ਆ। ਹੁਣ ਪਹਿਲੀ ਕਹਾਣੀ 'ਤੇ ਆ ਗਈ ਕਿਹੜੇ ਕਿਹੜੇ ਕਰੈਕਟਰ ਆ, ਇੱਕ ਕਿਸਾਨ, ਉਹਦੀ ਬੇਟੀ ਅਤੇ ਇੱਕ ਸ਼ਾਹੂਕਾਰ। ਮੈਂ ਨਾਲ ਇੱਥੇ ਪੰਜਾਬੀ 'ਚ ਵੀ ਲਿਖਦਾ ਵਾ, ਕਿਉਂਕਿ ਬਾਅਦ 'ਚ ਜਦੋਂ ਤੁਹਾਨੂੰ ਮੈਂ ਇਹਦਾ ਸਕਰੀਨਸ਼ਾਟ ਵਗੈਰਾ ਭੇਜੂੰਗਾ ਅਤੇ ਤੁਹਾਨੂੰ ਵਰਡ ਕੋਈ ਕਲੀਅਰ ਹੋਈ ਜਾਣ ਵੀ ਕੀ ਲਿਖਿਆ ਜਦੋਂ ਖੁਦ ਪੜ੍ਹੋਗੇ। ਹੁਣ ਆ ਦੇਖਿਓ ਕਹਾਣੀ ਆਪਾਂ ਕਰੀਏ ਸ਼ੁਰੂ। ਮੈਨੀ ਈਅਰਸ ਅਗੋ ਇਨ ਅ ਸਮਾਲ ਇੰਡੀਅਨ ਵਿਲੇਜ ਅ ਫਾਰਮਰ ਹੈਡ ਦਾ ਮਿਸਫੋਰਚਿਊਨ of owing a large sum of money to a village money lender। ਆਂਦੇ ਕਿੰਨੇ ਸਾਲ ਪਹਿਲਾਂ ਇੱਕ ਛੋਟਾ ਜਿਹੇ ਪਿੰਡ ਦਾ ਕਿਸਾਨ ਹੀ ਕੋਈ, ਬਦਕਿਸਮਤੀ ਹੀ ਉਹਨੇ ਕਿੰਨਾ ਜ਼ਿਆਦਾ ਪੈਸਾ ਦੇਣਾ ਹੀ ਇੱਕ ਸ਼ਾਹੂਕਾਰ ਦਾ। ਕਿੰਨਾ ਜ਼ਿਆਦਾ ਪੈਸਾ ਉਹਨੇ ਵਾਪਸ ਕਰਨਾ ਹੀ, ਕਰਜ਼ ਦੇਣਾ ਹੀ ਇੱਕ ਸ਼ਾਹੂਕਾਰ ਦਾ। ਮਿਸਫੋਰਚਿਊਨ ਹੁੰਦਾ ਬਦਕਿਸਮਤੀ, ਮਨੀ ਲੈਂਡਰ ਹੁੰਦਾ ਸ਼ਾਹੂਕਾਰ। ਦਾ ਮਨੀ ਲੈਂਡਰ ਹੂ ਵਾਸ ਓਲਡ, ਜਿਹੜਾ ਸ਼ਾਹੂਕਾਰ ਹੀ ਉਹ ਬੁੱਢਾ ਬਜ਼ੁਰਗ ਹੀ। ਐਂਡ ਅਗਲੀ ਮਤਲਬ ਬਦਸੂਰਤ ਹੀ। ਫੈਂਸਾਈਡ ਹੁੰਦਾ ਜਿੱਦਾਂ ਕਹਿ ਲਓ ਵੀ ਪਸੰਦ ਕਰਦਾ ਹੀ ਉਹ। ਦਾ ਫਾਰਮਰਸ ਬਿਊਟੀਫੁਲ ਡਾਟਰ। ਇੱਥੇ ਮਨੀ ਲੈਂਡਰ ਬਾਰੇ ਦੱਸਿਆ ਵਾ। ਮਨੀ ਲੈਂਡਰ ਇੱਕ ਬੁੱਢਾ ਆਦਮੀ ਹੀ, ਬੜਾ ਹੀ ਸ਼ਕਲੋਂ ਚੰਗਾ ਨਹੀਂ ਹੈਗਾ, ਬਦਸੂਰਤ ਹੀ, ਅਤੇ ਉਹਦੀ ਨਜ਼ਰ ਜਿਹੜੀ ਹੀ ਕਿਸਾਨ ਦੀ ਬੇਟੀ 'ਤੇ ਹੀ, ਪਸੰਦ ਕਰਦਾ ਹੀ ਉਹਨੂੰ। ਸੋ ਹੀ ਪ੍ਰਪੋਜ਼ਡ ਆ ਬਾਰਗੇਨ। ਫਿਰ ਉਹਨੇ ਕੀ ਕੀਤਾ, ਉਹਨਾਂ ਨੂੰ ਇੱਕ ਜਿੱਦਾਂ ਕਹਿ ਲਓ ਵੀ ਮੌਕਾ ਜਿਹਾ ਦਿੱਤਾ ਵੀ ਬਹਿਸ ਕਰਨ ਦਾ। ਵੀ ਉਹਨੇ ਕੀ ਕਿਹਾ ਵੀ ਕਿੱਦਾਂ ਕੀ ਹੱਲ ਨਿਕਲੂਗਾ ਤੁਹਾਡੇ ਜਿਹੜਾ ਤੁਸੀਂ ਪੈਸਾ ਮੇਰੇ ਕੋਲ ਉਧਾਰ ਲਿਆ। ਹੀ ਸੈਡ ਹੀ ਵੁੱਡ ਫੋਰਗੋ ਦਾ ਫਾਰਮਰਸ ਡੈਬਿਟ। ਡੈਬਿਟ ਹੁੰਦਾ ਕਰਜ਼। ਉਹਨੇ ਕਿਹਾ ਵੀ ਉਹ ਜਿਹੜਾ ਵਾ ਮਾਫ਼ ਕਰ ਦੂਗਾ। ਫੋਰਗੋ ਮਤਲਬ ਫੋਰਗੈਟ ਤੋਂ ਹੀ ਬਣਿਆ ਵਾ ਇਹ, ਮਾਫ਼ ਕਰ ਦੂਗਾ ਕਿਸਾਨ ਦਾ ਕਰਜ਼। ਇਫ ਹੀ ਕੁਡ ਮੈਰੀ ਦਾ ਫਾਰਮਰਸ ਡਾਟਰ। ਵੀ ਜੇਕਰ ਉਹ ਜਿਹੜਾ ਵਾ ਉਹਦਾ ਵਿਆਹ ਹੋ ਜੇ ਕਿਹਦੇ ਨਾਲ, ਕਿਸਾਨ ਦੀ ਬੇਟੀ ਨਾਲ। ਬੋਥ ਦਾ ਫਾਰਮਰ। ਹੁਣ ਇਹ ਗੱਲ ਸੁਣ ਕੇ ਕੀ ਅਸਰ ਪੈਂਦਾ ਵਾ, ਬੋਥ ਦਾ ਫਾਰਮਰ ਐਂਡ ਦਾ ਡਾਟਰ। ਕਿਸਾਨ ਅਤੇ ਕਿਸਾਨ ਦੀ ਬੇਟੀ ਜਿਹੜੇ ਆ
ਵਰ ਹੌਰੀਫਾਈਡ, ਇੱਕਦਮ ਉਹਨਾਂ ਨੂੰ ਝਟਕਾ ਜਿਹਾ ਲੱਗਦਾ, ਡਰ ਜਾਂਦੇ ਨੇ ਇਸ ਪ੍ਰਪੋਜ਼ਲ ਤੋਂ। ਦੇਖੋ ਨੇ ਪ੍ਰਪੋਜ਼ਲ ਕੀ ਦਿੱਤਾ ਵਾ ਵੀ ਮੈਂ ਤੁਹਾਡਾ ਪੈਸਾ ਮਾफ़ ਕਰ ਦੂੰਗਾ ਜੇਕਰ ਕਿਸਾਨ ਆਪਣੀ ਬੇਟੀ ਦਾ ਵਿਆਹ ਮੇਰੇ ਨਾਲ ਕਰਾ ਦੇ। ਸੋ ਦਾ ਕਨਿੰਗ ਮਨੀ ਲੈਂਡਰ ਸਜੈਸਟਿਡ ਦੈਟ ਦੇ ਲੈਟ ਪ੍ਰੋਵੀਡੈਂਸ ਡਿਸਾਈਡ ਦਾ ਮੈਟਰ। ਹੁਣ ਕਨਿੰਗ ਦਾ ਮਤਲਬ ਹੁੰਦਾ ਚਲਾਕ। ਹੁਣ ਉਹ ਜਿਹੜਾ ਚਲਾਕ ਸ਼ਾਹੂਕਾਰ ਆ ਉਹਨੇ ਕੀ ਸੁਜੈਸ਼ਨ ਦਿੱਤੀ, ਉਹ ਕਹਿੰਦਾ ਵਾ ਵੀ ਚਲੋ ਇਹ ਤੁਹਾਡੀ ਕਿਸਮਤ ਡਿਸਾਈਡ ਕਰੂਗੀ ਹੋਣਾ ਕੀ ਚਾਹੀਦਾ, ਵੀ ਜੋ ਵੀ ਮੈਟਰ ਆ ਮਸਲਾ ਜਿਹਾ ਜਿਹੜਾ ਖੜਾ ਹੋਇਆ ਇਹ ਕਿਸਮਤ ਤੈਅ ਕਰੂਗੀ ਵੀ ਇਹਦਾ ਕੀ ਹੱਲ ਨਿਕਲੇ। ਪਹਿਲੇ ਪੈਰੇ ਦੇ ਵਿੱਚ ਦੇਖੋ ਕੀ ਕਿਹਾ ਗਿਆ, ਕਿੰਨੇ ਸਾਲ ਪਹਿਲਾਂ ਦੀ ਗੱਲ ਆ, ਇੱਕ ਪਿੰਡ ਦੇ ਵਿੱਚ ਕਿਸਾਨ ਹੀ, ਉਹਦੀ ਬਦਕਿਸਮਤੀ ਦੱਸੀ ਗਈ ਵੀ ਉਹਨੇ ਇੱਕ ਸ਼ਾਹੂਕਾਰ ਕੋਲੋਂ ਪੈਸਾ ਲਿਆ ਅਤੇ ਸ਼ਾਹੂਕਾਰ ਦੇ ਬਾਰੇ ਦੱਸਿਆ ਗਿਆ ਬੁੱਢਾ ਵਾ ਅਤੇ ਬੜਾ ਬਦਸੂਰਤ ਜਿਹਾ ਵਾ, ਅਤੇ ਉਹਦੀ ਨਜ਼ਰ ਕਿਹਦੇ 'ਤੇ, ਕਿਸਾਨ ਦੀ ਬੇਟੀ 'ਤੇ। ਹੁਣ ਸ਼ਾਹੂਕਾਰ ਨੇ ਕੀ ਕਿਹਾ ਕਿਸਾਨ ਨੂੰ, ਉਹ ਕਹਿੰਦਾ ਵਾ ਵੀ ਜਾਂ ਤਾਂ ਮੇਰਾ ਪੈਸਾ ਵਾਪਸ ਕਰੋ ਅਤੇ ਜਾਂ ਉਹਨੇ ਮੈਰਿਜ ਦਾ ਪ੍ਰਪੋਜ਼ਲ ਦਿੱਤਾ ਵਾ ਉਹਦੀ ਡਾਟਰ ਦੇ ਲਈ। ਅਤੇ ਦੋਵੇਂ ਜਿਹੜੇ ਕਿਸਾਨ ਅਤੇ ਕਿਸਾਨ ਦੀ ਬੇਟੀ ਜਿਹੜੇ ਉਹ ਮਤਲਬ ਡਰੇ ਹੋਏ ਆ ਵੀ ਇਹ ਕਿੱਦਾਂ ਦਾ ਪ੍ਰਪੋਜ਼ਲ ਆ ਗਿਆ ਵਾ। ਹੁਣ ਅੱਗੇ ਕੀ ਹੁੰਦਾ ਨੈਕਸਟ ਦੇਖਿਓ। ਹੀ ਟੋਲਡ ਦੈਮ ਦੈਟ ਹੀ ਵੁੱਡ ਪੁੱਟ ਅ ਬਲੈਕ ਪੈਬਲ ਹੁੰਦਾ ਕੰਕਰ, ਰੋੜਾ, ਐਂਡ ਅ ਵਾਈਟ ਪੈਬਲ ਇਨਟੂ ਐਨ ਐਮਪਟੀ ਮਨੀ ਬੈਗ। ਸ਼ਾਹੂਕਾਰ ਕੀ ਕਹਿੰਦਾ ਵਾ ਵੀ ਉਹ ਪਾਊਗਾ ਇੱਕ ਕਾਲਾ ਪੱਥਰ, ਇੱਕ ਚਿੱਟਾ ਪੱਥਰ ਇੱਕ ਖਾਲੀ ਬੈਗ ਵਿੱਚ। then the girl would have to pick one pebble from the bag। ਫਿਰ ਕੀ ਆ, ਲੜਕੀ ਕੀ ਕਰੂਗੀ, ਉਹਨਾਂ ਵਿੱਚੋਂ ਇੱਕ ਪੱਥਰ ਬਾਹਰ ਕੱਢੂਗੀ। if she picked the black pebble, ਜੇਕਰ ਉਹ ਕਾਲਾ ਪੱਥਰ ਚੁੱਕਦੀ ਆ, ਉਹਨੇ ਕਿਹੜਾ ਦੇਖ ਕੇ ਚੁੱਕਣਾ, ਦੋ ਰੰਗ ਦੇ ਪੱਥਰ ਆ, ਜੇ ਉਹਦੇ ਹੱਥ ਵਿੱਚ ਕਾਲਾ ਪੱਥਰ ਆ ਜਾਂਦਾ ਲੜਕੀ ਦੇ, she would become his wife and her father's debit would be written off। ਜੇ ਤੇ ਉਹਦੇ ਹੱਥ ਵਿੱਚ ਕਾਲਾ ਪੱਥਰ ਆ ਗਿਆ, ਉਹਨੇ ਸ਼ਾਹੂਕਾਰ ਦੀ ਕੀ ਬਣ ਜਾਣਾ, ਵਾਈਫ, ਮਤਲਬ ਵਿਆਹ ਹੋਊਗਾ, ਅਤੇ ਉਹ ਕਿਸਾਨ ਦਾ ਕਰਜ਼ ਜਿਹੜਾ ਵਾ ਉਹ ਵੀ ਮਾफ़ ਹੋ ਜਾਊਗਾ। ਕਾਲੇ ਪੱਥਰ 'ਤੇ ਕਾਲੇ ਪੱਥਰ ਦਾ ਕੀ ਰਿਜ਼ਲਟ ਨਿਕਲਣਾ ਵਾ, ਜੇ ਤੇ ਉਹਦੇ ਹੱਥ 'ਚ ਕਾਲਾ ਪੱਥਰ ਆ ਗਿਆ ਕੁੜੀ ਦੇ ਹੱਥ ਵਿੱਚ, ਅਤੇ ਉਹਨੂੰ ਕਿਸਾਨ ਦੀ ਪਤਨੀ ਸ਼ਾਹੂਕਾਰ ਦੀ ਪਤਨੀ ਬਣਨਾ ਪੈਣਾ, ਅਤੇ ਕਿਸਾਨ ਦਾ ਜਿਹੜਾ ਕਰਜ਼ ਆ ਉਹ ਮਾफ़ ਹੋ ਜਾਊਗਾ। ਇਫ ਸ਼ੀ ਪਿਕਡ ਦਾ ਵਾਈਟ ਪੈਬਲ, ਜੇਕਰ ਉਹ ਚਿੱਟਾ ਪੱਥਰ ਜਿਹੜਾ ਉਹ ਸਿਲੈਕਟ ਕਰਦੀ ਹੈ, ਉਹਦੇ ਵਿੱਚੋਂ ਚਿੱਟਾ ਪੱਥਰ ਨਿਕਲਦਾ ਵਾ, ਸ਼ੀ ਨੀਡ ਨੋਟ ਟੂ ਮੈਰੀ ਹਿਮ, ਫਿਰ ਸ਼ਾਹੂਕਾਰ ਨਾਲ ਵਿਆਹ ਕਰਾਉਣ ਦੀ ਉਹਨੂੰ ਲੋੜ ਨਹੀਂ ਆ, ਤਾਂ ਵੀ ਕਿਸਾਨ ਦਾ ਜਿਹੜਾ ਕਰਜ਼ਾ ਮਾਫ਼ ਹੋ ਜਾਊਗਾ। ਫਿਰ ਫਾਇਦਾ ਕਿਹੜੇ ਪੱਥਰ ਦੇ ਵਿੱਚ ਆ, ਉਹਦੇ ਹੱਥ 'ਚ ਕਿਹੜਾ ਪੱਥਰ ਆਉਣਾ ਚਾਹੀਦਾ, ਵਾਈਟ ਪੈਬਲ। ਹੁਣ ਅਤੇ ਜੇ ਉਹ ਇੱਦਾਂ ਨਹੀਂ ਕਰਦੀ, ਕੋਈ ਵੀ ਪੈਬਲ ਨਹੀਂ ਚੁੱਕਦੀ, ਅਤੇ ਉਹਦੇ ਫਾਦਰ ਨੂੰ ਕਿੱਥੇ ਸੁੱਟ ਦਿੱਤਾ ਜਾਣਾ, ਜੇਲ੍ਹ ਵਿੱਚ। ਹੁਣ ਇੱਥੇ ਗੇਮ ਦੇ ਰੂਲ ਕੀ ਹੈਗੇ ਆ, ਲੜਕੀ ਨੂੰ ਕਿਹਾ ਜਾਣਾ ਵਾ ਵੀ ਇੱਕ ਬੈਗ ਵਿੱਚ ਦੋ ਪੱਥਰ ਹੋਣਗੇ, ਇੱਕ ਕਾਲੇ ਰੰਗ ਦਾ ਇੱਕ ਚਿੱਟੇ ਰੰਗ ਦਾ। ਜੇ ਤੇ ਲੜਕੀ ਦੇ ਹੱਥ ਵਿੱਚ ਕਾਲੇ ਰੰਗ ਦਾ ਪੱਥਰ ਆਉਂਦਾ ਵਾ, ਜੇ ਉਹ ਬਾਹਰ ਕੱਢਦੀ ਪੱਥਰ ਨੂੰ, ਫਿਰ ਉਹਨੂੰ ਸ਼ਾਹੂਕਾਰ ਦੀ ਪਤਨੀ ਬਣਨਾ ਪੈਣਾ, ਪਰ ਉਹਦੇ ਜਿਹੜਾ ਉਹਦਾ ਫਾਦਰ ਹੈ ਉਹਦਾ ਕਰਜ਼ ਖਤਮ ਹੋ ਜਾਊਗਾ, ਕਿ ਸ਼ਾਹੂਕਾਰ ਪੈਸੇ ਨਹੀਂ ਲਊਗਾ। ਅਤੇ ਜੇਕਰ ਉਹਦੇ ਹੱਥ 'ਚ ਚਿੱਟਾ ਪੱਥਰ ਆ ਜਾਂਦਾ, ਫਿਰ ਉਹਨੂੰ ਵਿਆਹ ਵੀ ਨਹੀਂ ਕਰਾਉਣਾ ਪੈਣਾ, ਤਾਂ ਵੀ ਕਰਜ਼ ਮਾਫ਼ ਹੋ ਜਾਣਾ। ਬਸ ਇਹੋ ਹੀ ਆ ਵੀ ਜੇ ਉਹ ਨਹੀਂ ਚੁਣਦੀ ਪੱਥਰ ਨੂੰ ਕੋਈ ਵੀ, ਅਤੇ ਉਹਦੇ ਫਾਦਰ ਨੂੰ ਕਿੱਥੇ ਭੇਜ ਦੇਣਾ ਹੈਗਾ ਵਾ, ਜੇਲ੍ਹ ਵਿੱਚ। ਠੀਕ ਹੈ, ਇੰਨਾ ਰੱਖੋ ਫਿਲਹਾਲ, ਅੱਗੇ ਨੈਕਸਟ ਡੇ ਦੇਖਾਂਗੇ। ਥੈਂਕ ਯੂ ਜੀ।